ਜਿਹੜਾ ਸੁਪਰੀਮ ਕੋਰਟ ਨੇ ਕੋਈ ਓਰਲ ਆਬਜ਼ਰਵੇਸ਼ਨਸ ਕੀਤੀਆਂ ਸੀ ਇਹਨਾਂ ਕਾਨੂੰਨਾਂ ਬਾਰੇ, ਉਹ ਇੱਕ ਬੜਾ ਇਨਕਰੇਜਿੰਗ ਸਾਈਨ ਸੀ। ਮੈਂ ਉਹਦੇ ਤੋਂ ਸਮਝਿਆ ਕਿ ਸ਼ਾਇਦ ਹੁਣ ਇਹ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਮਤਲਬ ਐਟੀਟਿਊਡ ਹੈ ਜਾਂ ਜਿਹੜਾ ਇੰਟਰਫੇਰੈਂਸ ਹੈ, ਇਟ ਮੇ ਲੀਡ ਟੂ ਦੀ ਬ੍ਰੇਕਡਾਊਨ ਆਫ ਜਿਹੜਾ ਡੈਡਲੌਕ ਹੋਇਆ ਪਿਆ ਹੈ ਇਹਨਾਂ ਦੀ ਗੱਲਬਾਤ ਦੇ ਵਿੱਚ ਗੌਰਮੈਂਟ ਅਤੇ ਕਿਸਾਨਾਂ ਦਾ। ਪਰ ਜਿਹੜਾ ਫਾਈਨਲ ਆਊਟਕਮ ਹੈ ਨਾ, ਉਹ ਕੋਈ ਸੈਟਿਸਫੈਕਟਰੀ ਨਹੀਂ ਹੈ। ਪਰ ਜਿਹੜੀ ਕੌਂਸਟੀਟਿਊਟ ਕੀਤੀ ਗਈ ਕਮੇਟੀ, ਉਹ ਕਿਸੇ ਵੀ ਉਹ ਕਿੱਥੋਂ ਕਿਸ ਰਿਕਮੈਂਡੇਸ਼ਨ 'ਤੇ ਕੀਤੀ ਗਈ, ਕਿਹਨਾਂ ਨੇ ਨਾਂ ਦਿੱਤੇ, ਕੋਈ ਪਤਾ ਨਹੀਂ। ਫਿਰ ਉਹ ਕਮੇਟੀ ਨੂੰ ਜੁੰਮਾ ਇਹ ਦਿੱਤਾ ਗਿਆ ਕਿ ਸਾਰੀਆਂ ਪਾਰਟੀਆਂ ਨੂੰ ਸੁਣ ਕੇ ਉਹ ਰਿਕਮੈਂਡੇਸ਼ਨ ਸੁਪਰੀਮ ਕੋਰਟ ਨੂੰ ਕਰਨ। ਮੈਂ ਸਮਝਦਾ ਹੈ ਕਿ ਸੁਣਨ ਦੀ ਜਿਹੜੀ ਪ੍ਰਥਾ ਹੈ ਉਹ ਕੋਰਟਸ ਦੀ ਹੁੰਦੀ। ਜੇ ਕੋਰਟਸ ਨੇ ਕੋਈ ਦੇਖਣਾ ਕਿ ਕਾਨੂੰਨ ਠੀਕ ਹੈ ਜਾਂ ਨਹੀਂ ਹੈ ਜਾਂ ਉਹਦੇ 'ਚ ਕੋਈ ਤਰੁਟੀ ਹੈ, ਤਾਂ ਉਹ ਜ਼ਿੰਮੇਵਾਰੀ ਕੋਰਟ ਦੀ ਬਣਦੀ ਹੈ। ਉਹ ਜ਼ਿੰਮੇਵਾਰੀ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਕਿਸੇ ਕਮੇਟੀ ਨੂੰ ਵੀ ਤੁਸੀਂ ਪਾਰਟੀਆਂ ਨੂੰ ਸੁਣ ਲਓ ਅਤੇ ਸਾਨੂੰ ਦੱਸ ਦਿਓ ਵੀ ਤੁਹਾਡੀਆਂ ਕੀ ਰਿਕਮੈਂਡੇਸ਼ਨ ਹੈ। ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਔਰ ਮੋਰਓਵਰ ਜਿਹੜੀ ਇਹ ਕਮੇਟੀ ਦੀ ਕੌਂਸਟੀਟਿਊਸ਼ਨ ਹੈ ਨਾ, ਇਹ ਬੜੀ ਅਨਸੈਟਿਸਫੈਕਟਰੀ ਹੈ। ਪਲੱਸ ਇੱਕ ਹੁੰਦਾ ਹੈ ਕਿ ਡਿਸੀਜ਼ਨ ਤੋਂ ਪਹਿਲਾਂ ਹੀਅਰਿੰਗ, ਇੱਕ ਹੁੰਦੀ ਹੈ ਪੋਸਟ ਡਿਸੀਜ਼ਨਲ ਹੀਅਰਿੰਗ। ਜੇ ਹੀਅਰਿੰਗ ਦੀ ਕੋਈ ਲੋੜ ਸੀ ਕਿਸੇ ਕਮੇਟੀ ਨੂੰ, ਅਤੇ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਕੋਈ ਕਮੇਟੀ ਕੌਂਸਟੀਟਿਊਟ ਹੁੰਦੀ, ਉਹ ਉਹਨੂੰ ਹੀਅਰਿੰਗ ਕਰਕੇ ਅਤੇ ਫਿਰ ਰਿਕਮੈਂਡੇਸ਼ਨ ਕਰਦੀ ਅਤੇ ਫਿਰ ਕਾਨੂੰਨ ਬਣਦਾ, ਉਹਦੀ ਤਾਂ ਕੋਈ ਜਸਟੀਫਿਕੇਸ਼ਨ ਸੀ। ਪੋਸਟ ਡਿਸੀਜ਼ਨਲ ਹੀਅਰਿੰਗ ਜਿਹੜੀ ਹੁੰਦੀ ਹੈ, ਉਹ ਹਮੇਸ਼ਾ ਹੀ ਅਨਫੇਅਰ ਹੁੰਦੀ ਹੈ ਔਰ ਫਿਊਟਾਈਲ ਹੁੰਦੀ ਹੈ। ਉਹਦਾ ਕੋਈ ਮਕਸਦ ਨਹੀਂ ਹੁੰਦਾ। ਤੁਸੀਂ ਫੈਸਲਾ ਆਲਰੇਡੀ ਕਰ ਚੁੱਕੇ ਹੋ, ਹੁਣ ਤੁਸੀਂ ਕਹਿੰਦੇ ਹੋ ਸਾਨੂੰ ਦੱਸ ਦਿਓ ਇਹਦੇ 'ਚ ਕੀ ਨੁਕਸ ਹੈ, ਅਤੇ ਉਹਦੀਆਂ ਰਿਕਮੈਂਡੇਸ਼ਨ ਕਰਨੀਆਂ ਅਤੇ ਉਸ ਬੰਦਿਆਂ ਨੇ ਕਰਨੀਆਂ ਜਿਹੜੀ ਕਮੇਟੀ ਇੱਕ ਬਿਲਕੁਲ ਹੀ ਆਪਣਾ ਇੱਕ ਅੱਗੇ ਵਿਊ ਪੁਆਇੰਟ ਦੱਸ ਚੁੱਕੀ ਹੈ। ਤਾਂ ਇਹ ਤਾਂ ਫੋਰਗੋਨ ਕਨਕਲੂਜਨ ਹੈ ਕਿ ਉਹਨਾਂ ਦਾ ਜਿਹੜਾ ਫਾਈਨਲ ਜਿਹੜੀ ਰਿਕਮੈਂਡੇਸ਼ਨ ਹੋਏਗੀ ਕੀ ਹੋਏਗੀ। ਮੈਂ ਤਾਂ ਕਾਫੀ ਦੇਰ ਤੋਂ ਐਡਵੋਕੇਟ ਕਰ ਰਿਹਾ ਕਿ ਇਹ ਕੋਰਟ ਕਚਹਿਰੀ ਦੇ ਚੱਕਰ 'ਚ ਕਿਸਾਨਾਂ ਨੂੰ ਪੈਣਾ ਹੀ ਨਹੀਂ ਚਾਹੀਦਾ। ਇਹੀ ਮੈਂ ਫੀਅਰ ਕਰ ਰਿਹਾ ਸੀ ਜੋ ਅੱਜ ਆਊਟਕਮ ਹੋਇਆ। ਇਹੀ ਤਾਂ ਗੌਰਮੈਂਟ ਕਿਸਾਨਾਂ ਨੂੰ ਸੁਜੈਸਟ ਕਰ ਰਹੀ ਸੀ ਵੀ ਤੁਸੀਂ ਆਪਣਾ ਇਹ ਕਮੇਟੀ ਬਣਾ ਦਿੰਦੇ ਆ, ਉਹ ਕਾਨੂੰਨ ਦੇਖ ਲਏਗੀ, ਤੁਹਾਡਾ ਗ੍ਰੀਵੈਂਸ ਸੁਣ ਲਏਗੀ, ਅਤੇ ਜਿਹੜਾ ਗੌਰਮੈਂਟ ਆਪ ਨੈਗੋਸੀਏਸ਼ਨ ਦੇ ਥਰੂ ਕੰਮ ਨਹੀਂ ਕਰ ਸਕੀ, ਉਹ ਸੁਪਰੀਮ ਕੋਰਟ ਦੇ ਥਰੂ ਕੰਮ ਕਰਾ ਲਿਆ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਹਰਪ੍ਰੀਤ ਸਿੰਘ ਜਸਵਾਲ, ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ। ਕੇਂਦਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ, ਖੇਤੀ ਨਾਲ ਸੰਬੰਧਿਤ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਲਗਾਤਾਰ ਸਾਡੀਆਂ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਲੋਕ, ਹਰ ਵਰਗ ਦਿੱਲੀ ਦੀਆਂ ਬਰੂਹਾਂ 'ਤੇ ਬੈਠਾ ਕਾਲੇ ਕਾਨੂੰਨ ਰੱਦ ਕਰਾਉਣ ਦੀ ਗੱਲ ਕੀਤੀ ਗਈ। ਬੜਾ ਲੰਬਾ ਅਤੇ ਵੱਡਾ ਸੰਘਰਸ਼ ਜਿਹੜਾ ਚੱਲਿਆ, ਜਿਸ ਨੂੰ ਲੈ ਕੇ ਕੱਲ੍ਹ ਸੁਪਰੀਮ ਕੋਰਟ ਵੱਲੋਂ ਇੱਕ ਫੈਸਲਾ ਆਇਆ। ਉਸ ਫੈਸਲੇ ਦੇ ਮਾਇਨੇ ਕੀ ਨੇ, ਤਿੰਨੇ ਕਾਲੇ ਕਾਨੂੰਨ ਕਿਸ ਤਰ੍ਹਾਂ ਰੱਦ ਕਰਵਾਏ ਜਾ ਸਕਦੇ ਨੇ, ਕੀਤੇ ਜਾ ਸਕਦੇ ਨੇ, ਕਾਨੂੰਨੀ ਅੜਚਨਾਂ ਕੀ ਨੇ, ਕਾਨੂੰਨੀ ਦਾਅ ਪੇਚ ਕੀ ਨੇ, ਕਾਨੂੰਨ ਕੀ ਕਹਿੰਦਾ, ਇਸ ਸਾਰੇ ਮਸਲੇ 'ਤੇ ਗੱਲ ਕਰਨ ਦੇ ਲਈ ਸਾਡੇ ਨਾਲ ਜਸਟਿਸ ਰਣਜੀਤ ਸਿੰਘ ਜੀ ਮੌਜੂਦ ਨੇ। ਉਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਰ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸਰ। ਸਰ, ਜਿਹੜੇ ਕਾਲੇ ਕਾਨੂੰਨ ਰੱਦ ਕੀਤੇ ਗਏ ਨੇ ਜਾਂ ਉਹਨਾਂ 'ਤੇ ਰੋਕ ਲਗਾਈ ਗਈ ਹੈ, ਰੱਦ ਨਹੀਂ ਕੀਤੇ ਗਏ, ਰੋਕ ਲਗਾਈ ਗਈ ਆ, ਤੁਸੀਂ ਇਸ ਦੇ ਕਾਨੂੰਨੀ ਮਾਇਨੇ ਕੀ ਸਮਝਦੇ ਹੋ ਕਿ ਜਿਹੜਾ ਸੁਪਰੀਮ ਕੋਰਟ ਸਰਕਾਰ ਦੇ ਬਣਾਏ ਕਾਨੂੰਨ ਰੱਦ ਕਰ ਸਕਦੇ? ਨਹੀਂ, ਸੁਪਰੀਮ ਕੋਰਟ ਤਾਂ ਹਮੇਸ਼ਾ ਹੀ ਜਿਹੜਾ ਕੋਈ ਵੀ ਲਾਅ ਜਿਹੜਾ ਲੈਜਿਸਲੇਟ ਕਰਦੀ ਹੈ, ਉਹਦੀ ਵੈਲਿਡਿਟੀ ਜਿਹੜੀ ਹੈ ਨਾ, ਉਹਨੂੰ ਚੈੱਕ ਕਰਨ ਦਾ ਜਾਂ ਉਹਨੂੰ ਦੇਖਣ ਦਾ ਜਿਹੜਾ ਜ਼ਿੰਮਾ ਹੈ, ਉਹ ਹਮੇਸ਼ਾ ਕੋਰਟਸ ਦੇ ਉੱਤੇ ਹੁੰਦਾ। ਸੁਪਰੀਮ ਕੋਰਟ ਦੇ ਕੋਲ ਇਹ ਪਾਵਰ ਹੈਗੀ ਹੈ, ਤਾਂ ਉਹਨਾਂ ਨੂੰ ਅਨਕਨਸਟੀਟਿਊਸ਼ਨਲ ਜਾਂ ਇਲੀਗਲ ਡਿਕਲੇਅਰ ਕੀਤਾ ਜਾ ਸਕਦਾ। ਸੁਪਰੀਮ ਕੋਰਟ ਹੀ ਕਰ ਸਕਦਾ, ਜਾਂ ਕੋਈ ਕਨਸਟੀਟਿਊਸ਼ਨਲ ਕੋਰਟ ਜਿਸ ਤਰ੍ਹਾਂ ਕਿ ਹਾਈ ਕੋਰਟ ਹੈ, ਉਹ ਕਰ ਸਕਦਾ। ਅਤੇ ਜਿਵੇਂ ਪਾਰਲੀਮੈਂਟ ਦੇ ਵਿੱਚ ਕਾਨੂੰਨ ਬਣਾਇਆ ਗਿਆ, ਸਾਰਿਆਂ ਵੱਲੋਂ ਦਸਤਖਤ ਕੀਤੇ ਗਏ, ਰਾਸ਼ਟਰਪਤੀ ਵੱਲੋਂ ਇਸ ਨੂੰ ਪਾਸ ਕੀਤਾ ਗਿਆ, ਦਸਤਖਤ ਕੀਤੇ ਗਏ ਨੇ, ਤਾਂ ਸੁਪਰੀਮ ਕੋਰਟ ਕਿਸ ਪਾਵਰ ਦੇ ਨਾਲ ਇਸ ਚੀਜ਼ ਨੂੰ ਜਿਹੜਾ ਡਿਨਾਈ ਕਰ ਸਕਦਾ? ਦੇਖੋ, ਜਿਹੜਾ ਲਾਅ ਹੈ ਨਾ, ਇੱਕ ਬੜੀ ਸਾਲ ਪਹਿਲਾਂ ਇੱਕ ਜੱਜਮੈਂਟ ਆਈ ਸੀ, ਮੇਨਕਾ ਗਾਂਧੀ ਵਰਸਸ ਯੂਨੀਅਨ ਆਫ ਇੰਡੀਆ। ਉਹਦੇ ਵਿੱਚ ਸੁਪਰੀਮ ਕੋਰਟ ਨੇ ਇੰਟਰਪ੍ਰੇਟ ਕੀਤਾ ਸੀ ਕਿ ਜਿਹੜਾ ਲਾਅ ਹੈ, ਉਹਦੀ ਵੈਲਿਡਿਟੀ ਜਿਹੜੀ ਹੈ ਨਾ, ਸਿਰਫ ਇਸੇ ਗਰਾਊਂਡ 'ਤੇ ਨਹੀਂ ਉਹਨੂੰ ਵੈਲਿਡ ਕਿਹਾ ਜਾ ਸਕਦਾ ਕਿ ਉਹ ਵੈਲਿਡਲੀ ਲੈਜਿਸਲੇਟਿਡ ਹੈ। ਉਹ ਲਾਅ ਜਿਹੜਾ ਨਾ, ਇਹ ਹੈਜ਼ ਟੂ ਬੀ ਫੇਅਰ ਐਂਡ ਰੀਜ਼ਨੇਬਲ ਐਂਡ ਜਸਟ।
ਉਹ ਇਹ 3 ਗਰਾਊਂਡਾਂ 'ਤੇ ਵੀ ਲਾਅ ਨੂੰ ਟੈਸਟ ਕੀਤਾ ਜਾ ਸਕਦਾ ਕਿ ਕਿਆ ਜਿਹੜਾ ਲਾਅ ਪਾਸ ਕੀਤਾ ਗਿਆ ਹੈ ਉਹ ਭਾਵੇਂ ਵੈਲਿਡਲੀ ਲੈਜਿਸਲੇਟਡ ਹੋਵੇ, ਪਰ ਉਹ ਜਿਹੜਾ ਲਾਅ ਹੈ ਉਹਨੂੰ ਹੋਰ ਵੀ ਟੈਸਟ ਪਾਸ ਕਰਨਾ ਪੈਂਦਾ ਕਿ ਉਹ ਠੀਕ ਲਾਅ ਹੈ, ਅਨਫੇਅਰ ਨਹੀਂ ਹੈ, ਅਨਜਸਟ ਨਹੀਂ ਹੈ ਐਂਡ ਆਰਬਿਟਰਰੀ ਨਹੀਂ ਹੈ। ਤੋ ਇਹਨਾਂ ਗਰਾਊਂਡਾਂ 'ਤੇ ਹਮੇਸ਼ਾ ਹੀ ਜਿਹੜਾ ਲਾਅ ਹੈ ਨਾ ਟੈਸਟ ਕੀਤਾ ਜਾ ਸਕਦਾ, ਕਿਸੇ ਦੇ ਫੰਡਾਮੈਂਟਲ ਰਾਈਟਸ 'ਤੇ ਨਹੀਂ ਵਾਇਓਲੇਟ ਕਰਦਾ ਜਾਂ ਹੋਰ ਵੀ ਕਈ ਜਿਵੇਂ ਕੌਨਸਟੀਟਿਊਸ਼ਨ ਦੇ ਮੁਤਾਬਿਕ ਹੈ ਕੋਈ ਲੈਜਿਸਲੇਟਿਵ ਦੀ ਕੰਪੀਟੈਂਸ ਤੋਂ ਜ਼ਿਆਦਾ ਤਾਂ ਨਹੀਂ ਲੈਜਿਸਲੇਟ ਕੀਤਾ ਗਿਆ। ਇਹ ਸਾਰੀਆਂ ਗੱਲਾਂ ਕੋਰਟਸ ਹੀ ਚੈੱਕ ਕਰ ਸਕਦੇ। ਜਦੋਂ ਦੀ ਭਾਜਪਾ ਸਰਕਾਰ ਆਈ ਹੈ, ਕੇਂਦਰ ਦੀ ਸਰਕਾਰ ਆਈ ਹੈ, ਤੁਸੀਂ ਲਗਾਤਾਰ ਹਰ ਮਾਮਲੇ ਨੂੰ ਬੜੀ ਬਰੀਕੀ ਨਾਲ ਜਾਂਚਦੇ ਆ ਰਹੇ ਹੋ। ਤੁਹਾਡੀ ਜਿਹੜੀ ਪਾਰਖੂ ਅੱਖ ਹੈਗੀ ਆ, ਵਿਰੋਧ ਅਤੇ ਵਿਦਰੋਹ ਵਿੱਚ ਥੋੜ੍ਹਾ ਫਰਕ ਰਹਿ ਜਾਂਦਾ। ਜੋ ਕਾਨੂੰਨ ਦੀ ਅੱਜ ਹਾਲਾਤ ਬਣ ਗਏ, ਭਾਵੇਂ ਸੁਪਰੀਮ ਕੋਰਟ ਆ ਭਾਵੇਂ ਹਾਈ ਕੋਰਟ ਆ, ਤੁਹਾਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਕ੍ਰੈਡੀਬਿਲਿਟੀ ਹੈ ਸੁਪਰੀਮ ਕੋਰਟ ਦੀ ਕਾਇਮ ਰਹਿ ਸਕੂਗੀ? ਦੇਖੋ, ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਜਾਂ 2 ਦਿਨ ਪਹਿਲਾਂ ਜਿਹੜਾ ਸੁਪਰੀਮ ਕੋਰਟ ਨੇ ਕੋਈ ਓਰਲ ਆਬਜ਼ਰਵੇਸ਼ਨਸ ਕੀਤੀਆਂ ਸੀ ਇਹਨਾਂ ਕਾਨੂੰਨਾਂ ਬਾਰੇ, ਉਹ ਇੱਕ ਬੜਾ ਇਨਕਰੇਜਿੰਗ ਸਾਈਨ ਸੀ। ਮੈਂ ਉਹਦੇ ਤੋਂ ਸਮਝਿਆ ਕਿ ਸ਼ਾਇਦ ਹੁਣ ਇਹ ਜਿਹੜਾ ਸੁਪਰੀਮ ਕੋਰਟ ਦਾ ਜਿਹੜਾ ਮਤਲਬ ਐਟੀਟਿਊਡ ਹੈ ਜਾਂ ਜਿਹੜਾ ਇੰਟਰਫੇਰੈਂਸ ਹੈ, ਇਟ ਮੇ ਲੀਡ ਟੂ ਦੀ ਬ੍ਰੇਕਡਾਊਨ ਆਫ ਜਿਹੜਾ ਡੈਡਲੌਕ ਹੋਇਆ ਪਿਆ ਹੈ ਇਹਨਾਂ ਦੀ ਗੱਲਬਾਤ ਦੇ ਵਿੱਚ ਗੌਰਮੈਂਟ ਅਤੇ ਕਿਸਾਨਾਂ ਦਾ। ਪਰ ਜਿਹੜਾ ਫਾਈਨਲ ਆਊਟਕਮ ਹੈ ਨਾ, ਉਹ ਕੋਈ ਸੈਟਿਸਫੈਕਟਰੀ ਨਹੀਂ ਹੈ। ਮਤਲਬ ਜਿਹੜਾ ਸੁਪਰੀਮ ਕੋਰਟ ਨੇ ਉਸ ਦਿਨ ਤਾਂ ਬੜੀਆਂ ਆਬਜ਼ਰਵੇਸ਼ਨ ਕੀਤੀਆਂ, ਠੀਕ ਹੈ ਕਿ ਉਹਨਾਂ ਨੇ ਕਾਨੂੰਨ ਜਿਹੜਾ ਇਹਨੂੰ ਇੰਟਰਮ ਆਰਡਰ ਕਰਕੇ ਇਹਨੂੰ ਉਹਦਾ ਇੰਪਲੀਮੈਂਟੇਸ਼ਨ ਸਟੇ ਕਰ ਦਿੱਤੀ ਹੈ। ਪਰ ਜਿਹੜੀ ਕੌਨਸਟੀਟਿਊਟ ਕੀਤੀ ਗਈ ਕਮੇਟੀ, ਉਹ ਕਿਸੇ ਵੀ ਉਹ ਕਿੱਥੋਂ ਕਿਸ ਰਿਕਮੈਂਡੇਸ਼ਨ 'ਤੇ ਕੀਤੀ ਗਈ, ਕਿਹਨਾਂ ਨੇ ਨਾਂ ਦਿੱਤੇ, ਕੋਈ ਪਤਾ ਨਹੀਂ। ਫਿਰ ਉਹ ਕਮੇਟੀ ਨੂੰ ਜੁੰਮਾ ਇਹ ਦਿੱਤਾ ਗਿਆ ਕਿ ਸਾਰੀਆਂ ਪਾਰਟੀਆਂ ਨੂੰ ਸੁਣ ਕੇ ਉਹ ਰਿਕਮੈਂਡੇਸ਼ਨ ਸੁਪਰੀਮ ਕੋਰਟ ਨੂੰ ਕਰਨ। ਮੈਂ ਸਮਝਦਾ ਹੈ ਕਿ ਸੁਣਨ ਦੀ ਜਿਹੜੀ ਪ੍ਰਥਾ ਹੈ ਉਹ ਕੋਰਟਸ ਦੀ ਹੁੰਦੀ। ਜੇ ਕੋਰਟਸ ਨੇ ਕੋਈ ਦੇਖਣਾ ਕਿ ਕਾਨੂੰਨ ਠੀਕ ਹੈ ਜਾਂ ਨਹੀਂ ਹੈ ਜਾਂ ਉਹਦੇ 'ਚ ਕੋਈ ਤਰੁੱਟੀ ਹੈ, ਤਾਂ ਉਹ ਜ਼ਿੰਮੇਵਾਰੀ ਕੋਰਟ ਦੀ ਬਣਦੀ ਹੈ। ਉਹ ਜ਼ਿੰਮੇਵਾਰੀ ਡੈਲੀਗੇਟ ਨਹੀਂ ਕੀਤੀ ਜਾ ਸਕਦੀ ਕਿਸੇ ਕਮੇਟੀ ਨੂੰ ਵੀ ਤੁਸੀਂ ਪਾਰਟੀਆਂ ਨੂੰ ਸੁਣ ਲਓ ਅਤੇ ਸਾਨੂੰ ਦੱਸ ਦਿਓ ਵੀ ਤੁਹਾਡੀਆਂ ਕੀ ਰਿਕਮੈਂਡੇਸ਼ਨ ਹੈ। ਮੈਂ ਇਸ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਔਰ ਮੋਰ ਓਵਰ ਜਿਹੜੀ ਇਹ ਕਮੇਟੀ ਦੀ ਕੌਨਸਟੀਟਿਊਸ਼ਨ ਹੈ ਨਾ, ਇਹ ਬੜੀ ਅਨਸੈਟਿਸਫੈਕਟਰੀ ਹੈ। ਦੇਖੋ ਨਾ, ਇੱਕ ਕਮੇਟੀ ਦੇ ਵਿੱਚ 4 ਮੈਂਬਰ ਪਾਏ ਗਏ ਨੇ ਜਿਨ੍ਹਾਂ ਦਾ 4ਾਂ ਦਾ ਵਿਊ ਵੈਲ ਨੋਨ ਹੈ, ਔਰ ਉਹਨਾਂ ਨੇ ਵੈਲ ਨੋਨ ਨਹੀਂ ਵੈਲ ਪਬਲਿਸ਼ਡ ਹੈ। ਉਹਨਾਂ ਨੇ ਆਲਰੇਡੀ ਐਕਸਪ੍ਰੈਸ ਕਰ ਦਿੱਤੀ ਹੋਈ ਆਪਣੀ ਓਪੀਨੀਅਨ ਇਹਨਾਂ ਕਾਨੂੰਨਾਂ ਬਾਰੇ, ਅਤੇ ਐਸੀ ਕਮੇਟੀ ਨੂੰ ਇੱਕ ਜ਼ਿੰਮੇਵਾਰੀ ਦੇਣੀ ਇਹਨਾਂ ਕਾਨੂੰਨਾਂ ਬਾਰੇ ਦੱਸਣਾ ਕਿ ਕੀ ਉਹਨਾਂ ਦੀ ਰਿਕਮੈਂਡੇਸ਼ਨ ਹੈ, ਇਹ ਤਾਂ ਫੋਰਗੋਨ ਕਨਕਲੂਜਨ ਹੈ। ਪਲੱਸ ਇੱਕ ਹੁੰਦਾ ਹੈ ਕਿ ਡਿਸੀਜ਼ਨ ਤੋਂ ਪਹਿਲਾਂ ਹੀਅਰਿੰਗ, ਇੱਕ ਹੁੰਦੀ ਹੈ ਪੋਸਟ ਡਿਸੀਜ਼ਨਲ ਹੀਅਰਿੰਗ। ਜੇ ਹੀਅਰਿੰਗ ਦੀ ਕੋਈ ਲੋੜ ਸੀ ਕਿਸੇ ਕਮੇਟੀ ਨੂੰ, ਅਤੇ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਕੋਈ ਕਮੇਟੀ ਕੌਨਸਟੀਟਿਊਟ ਹੁੰਦੀ, ਉਹ ਉਹਨੂੰ ਹੀਅਰਿੰਗ ਕਰਕੇ ਅਤੇ ਫਿਰ ਰਿਕਮੈਂਡੇਸ਼ਨ ਕਰਦੀ ਅਤੇ ਫਿਰ ਕਾਨੂੰਨ ਬਣਦਾ, ਉਹਦੀ ਤਾਂ ਕੋਈ ਜਸਟੀਫਿਕੇਸ਼ਨ ਸੀ। ਪੋਸਟ ਡਿਸੀਜ਼ਨਲ ਹੀਅਰਿੰਗ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਹੀ ਅਨਫੇਅਰ ਹੁੰਦੀ ਹੈ ਔਰ ਫਿਊਟਾਈਲ ਹੁੰਦੀ ਹੈ। ਉਹਦਾ ਕੋਈ ਮਕਸਦ ਨਹੀਂ ਹੁੰਦਾ। ਤੁਸੀਂ ਫੈਸਲਾ ਆਲਰੇਡੀ ਕਰ ਚੁੱਕੇ ਹੋ, ਹੁਣ ਤੁਸੀਂ ਕਹਿੰਦੇ ਹੋ ਸਾਨੂੰ ਦੱਸ ਦਿਓ ਇਹਦੇ 'ਚ ਕੀ ਨੁਕਸ ਹੈ, ਅਤੇ ਉਹਦੀਆਂ ਰਿਕਮੈਂਡੇਸ਼ਨ ਕਰਨੀਆਂ ਅਤੇ ਉਸ ਬੰਦਿਆਂ ਨੇ ਕਰਨੀਆਂ ਜਿਹੜੀ ਕਮੇਟੀ ਇੱਕ ਬਿਲਕੁਲ ਹੀ ਆਪਣਾ ਇੱਕ ਅੱਗੇ ਵਿਊ ਪੁਆਇੰਟ ਦੱਸ ਚੁੱਕੀ ਹੈ। ਤਾਂ ਇਹ ਤਾਂ ਫੋਰਗੋਨ ਕਨਕਲੂਜਨ ਹੈ ਕਿ ਉਹਨਾਂ ਦਾ ਜਿਹੜਾ ਫਾਈਨਲ ਜਿਹੜੀ ਰਿਕਮੈਂਡੇਸ਼ਨ ਹੋਏਗੀ ਕੀ ਹੋਏਗੀ। ਅਤੇ ਇਸੇ ਕਰਕੇ ਮੈਂ ਸਮਝਦਾ ਹਾਂ ਕਿ ਕਿਸਾਨ ਬੜੇ ਜਸਟੀਫਾਈਡ ਸੀ ਇਸ ਨੂੰ ਨਾ ਮੰਨਣ ਵਾਸਤੇ। ਉਹਨਾਂ ਨੇ ਜਿਹੜਾ ਕੀਤਾ ਉਹਨਾਂ ਦੀ ਬਿਲਕੁਲ ਗਰਾਊਂਡ ਜਸਟੀਫਾਈਡ ਹੈ। ਔਰ ਪਲੱਸ ਮੈਂ ਤਾਂ ਕਾਫੀ ਦੇਰ ਤੋਂ ਐਡਵੋਕੇਟ ਕਰ ਰਿਹਾ ਕਿ ਇਹ ਕੋਰਟ ਕਚਹਿਰੀ ਦੇ ਚੱਕਰ 'ਚ ਕਿਸਾਨਾਂ ਨੂੰ ਪੈਣਾ ਹੀ ਨਹੀਂ ਚਾਹੀਦਾ। ਇਹੀ ਮੈਂ ਫੀਅਰ ਕਰ ਰਿਹਾ ਸੀ ਜੋ ਅੱਜ ਆਊਟਕਮ ਹੋਇਆ। ਇਹੀ ਤਾਂ ਗੌਰਮੈਂਟ ਕਿਸਾਨਾਂ ਨੂੰ ਸੁਜੈਸਟ ਕਰ ਰਹੀ ਸੀ ਵੀ ਤੁਸੀਂ ਆਪਣਾ ਇਹ ਕਮੇਟੀ ਬਣਾ ਦਿੰਦੇ ਆ, ਉਹ ਕਾਨੂੰਨ ਦੇਖ ਲਏਗੀ, ਤੁਹਾਡਾ ਗਰੀਵੈਂਸ ਸੁਣ ਲਏਗੀ, ਅਤੇ ਜਿਹੜਾ ਗੌਰਮੈਂਟ ਆਪ ਨੈਗੋਸੀਏਸ਼ਨ ਦੇ ਥਰੂ ਕੰਮ ਨਹੀਂ ਕਰ ਸਕੀ ਉਹ ਸੁਪਰੀਮ ਕੋਰਟ ਦੇ ਥਰੂ ਕੰਮ ਕਰਾ ਲਿਆ। ਇਹ ਜਿਹੜੀ ਗੱਲ ਸੀ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸੀ ਕਿ ਕੇਂਦਰ ਸਰਕਾਰ ਇੰਨੀ ਫਸੀ ਹੋਈ ਸੀਗੀ ਕਿ ਉਹਨੇ ਆਪਣੇ ਗਲ ਤੋਂ ਜਿਹੜਾ ਲਾਹ ਕੇ ਆ ਸੁਪਰੀਮ ਕੋਰਟ ਦੇ ਗਲ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸੁਪਰੀਮ ਕੋਰਟ, ਮੈਂ ਇਸ ਕਰਕੇ ਮੈਂ ਤੁਹਾਨੂੰ ਕੁਐਸਚਨ ਕੀਤਾ ਸੀ ਕਿ ਜਿਹੜੀ ਕ੍ਰੈਡੀਬਿਲਿਟੀ ਹੈ ਲੋਕਾਂ ਦੇ ਵਿੱਚ, ਜੇਕਰ ਇੱਦਾਂ ਦੇ ਫੈਸਲੇ ਸੁਪਰੀਮ ਕੋਰਟ ਲੋਕਾਂ ਦੇ ਖਿਲਾਫ ਦੇਣਾ ਸ਼ੁਰੂ ਕਰ ਦੇਵੇਗੀ, ਜਾਂ ਜਿਵੇਂ ਹੁਣ ਕਿਸਾਨਾਂ ਨੂੰ ਪੁੱਛਿਆ ਨਹੀਂ ਗਿਆ ਕਿ ਤੁਹਾਡੇ ਕਿਹੜੇ ਮੈਂਬਰ ਆਉਣਗੇ, ਅਸੀਂ ਕਿਸ ਨੂੰ ਕਮੇਟੀ ਦੇ ਵਿੱਚ ਲੈਣਾ, ਅਤੇ ਇਹ ਕਮੇਟੀ ਦੀ ਜਿਹੜੀ ਇਹ ਕਾਨੂੰਨ ਰੱਦ ਕਰਵਾਉਣ ਦੇ ਵਿੱਚ ਉਹਨਾਂ ਦੀ ਕੀ ਭੂਮਿਕਾ ਰਹਿਣ ਵਾਲੀ, ਉਹ ਮੰਨੀ ਜਾਊਗੀ ਜਾਂ ਸਿਰਫ ਉਹ ਰਿਕਮੈਂਡ ਕਰੂਗੀ। ਸੋ ਇੱਦਾਂ ਦੀਆਂ ਜਿਹੜੀਆਂ ਬਹੁਤ ਸਾਰੇ ਜਿਹੜੇ ਕੁਐਸਚਨ ਸੀਗੇ ਲੋਕਾਂ ਨੇ, ਜਿਵੇਂ ਤੁਸੀਂ ਵੀ ਇੱਕ ਇੱਕ ਕਰਕੇ ਦੱਸਣਾ ਸ਼ੁਰੂ ਕੀਤਾ ਹੈਗਾ, ਸੋ ਤੁਹਾਨੂੰ ਨਹੀਂ ਲੱਗਦਾ ਕਿ ਕ੍ਰੈਡੀਬਿਲਿਟੀ ਖਤਮ ਹੋ ਜੂਗੀ ਇੱਦਾਂ ਤਾਂ ਲੋਕਾਂ 'ਚ?
ਦੇਖੋ ਕ੍ਰੈਡੀਬਿਲਿਟੀ ਤਾਂ ਕੋਰਟਸ ਦੀ ਚਲੋ ਇੱਕ ਅੱਧੇ ਗੱਲ ਤੇ ਖਤਮ ਹੋਏਗੀ ਜਾਂ ਨਹੀਂ ਹੋਏਗੀ, ਪਰ ਇਹ ਇੱਕ ਬੜਾ ਵਾਈਟਲ ਇਸ਼ੂ ਸੀ ਕੰਟਰੀ ਵਾਸਤੇ। ਇਹ ਲੱਖਾਂ ਦੀ ਤਾਦਾਦ 'ਚ ਕਿਸਾਨ ਉੱਥੇ ਬੈਠੇ ਨੇ ਔਰ ਮਤਲਬ ਕਿੰਨੇ ਦਿਨਾਂ ਤੋਂ ਬੈਠੇ ਨੇ, 40-45 ਦਿਨ ਹੋ ਗਏ ਨੇ ਉਹਨਾਂ ਨੂੰ ਉੱਥੇ ਬੈਠਿਆਂ। ਜਿਹੋ ਜਿਹਾ ਹਾਰਸ਼ ਮੌਸਮ ਹੈ, ਠੰਡ ਹੈ ਔਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ, 60-70 ਦੇ ਲੋਕ ਕਰੀਬ ਆਦਮੀ, ਅੱਜ ਵੀ 4 ਬੰਦੇ ਦੀ ਮੌਤ ਹੋ ਗਈ ਹੈ। ਇਹ ਇੱਕ ਜਿਹੜਾ ਬੜਾ ਹੀ ਸੈਂਸਿਟਿਵ ਸਿਚੁਏਸ਼ਨ ਸੀ ਕੰਟਰੀ ਵਾਸਤੇ। ਇਹ ਸੁਪਰੀਮ ਕੋਰਟ ਨੇ ਜਿਹੜਾ ਇੰਟਰਫੇਰੈਂਸ ਕੀਤੀ ਸੀ ਉਹ ਲੱਗਦਾ ਸੀ ਕਿ ਕਿਸੇ ਪਾਸੇ ਲੱਗ ਜਾਏਗੀ, ਪਰ ਜਿਹੜਾ ਅਲਟੀਮੇਟਲੀ ਹੁਣ ਜਿਹੜਾ ਅਸੀਂ ਹੈ ਨਾ, ਉਹ ਜਿਹੜਾ ਨਾ ਵੀ ਆਰ ਬੈਕ ਟੂ ਸਕੁਏਅਰ ਵਨ, ਉਹ ਗੱਲ ਉੱਥੇ ਹੀ ਪਹੁੰਚ ਗਈ ਹੈ। ਇਹਦੇ ਨਾਲ ਮੈਂ ਸਮਝਦਾ ਹਾਂ ਕਿ ਜਿਸ ਹਿਸਾਬ ਨਾਲ ਕਮੇਟੀ ਦੇ ਮੈਂਬਰ ਕੌਂਸਟੀਟਿਊਟ ਕੀਤੇ ਗਏ ਨੇ, ਉਹ ਡੈਫੀਨੇਟਲੀ ਉਹ ਇਸ ਸੁਪਰੀਮ ਕੋਰਟ ਦੇ ਫੈਸਲੇ ਨੂੰ ਕਿਸੇ ਕਿਤੇ ਪਰੰਤੂ ਚਿੰਨ੍ਹ ਜ਼ਰੂਰ ਲਿਆਏਗੀ, ਕ੍ਰੈਡੀਬਿਲਿਟੀ ਜ਼ਰੂਰ ਕਰੇਗੀ। ਔਰ ਕਮੇਟੀ ਮੇਰੇ ਵਿਚਾਰ ਨਾਲ ਇਸ ਕਮੇਟੀ ਦੀ ਪ੍ਰੀਵਿਊ ਦੇ ਵਿੱਚ ਇਹ ਨਹੀਂ ਹੋਏਗਾ ਕਿ ਉਹ ਰਿਕਮੈਂਡ ਕਰੇ ਜੀ ਜਿਹੜੇ ਲਾਅ ਨੇ ਇਹਨਾਂ ਨੂੰ ਵਿਡਰਾਅ ਕਰ ਲਓ। ਉਹ ਕਮੇਟੀ ਤਾਂ ਇਹ ਕਹੇਗੀ ਨਹੀਂ ਇਹਨਾਂ ਲਾਅ 'ਚ ਕੀ ਨੁਕਸ ਹੈ, ਅਤੇ ਇਹ ਤਾਂ ਕਿਸਾਨਾਂ ਦਾ ਰੋਸ ਹੀ ਨਹੀਂ ਹੈ। ਕਿਸਾਨ ਇਹ ਨਹੀਂ ਕਹਿੰਦੇ ਕਿ ਇਹਨਾਂ ਕਾਨੂੰਨਾਂ 'ਚ ਕੋਈ ਨੁਕਸ ਹੈ ਅਤੇ ਉਹਨਾਂ ਦਾ ਨੁਕਸ ਦੂਰ ਕਰੋ। ਉਹ ਤਾਂ ਕਿਸਾਨਾਂ ਦੀ ਡਿਮਾਂਡ ਇਹ ਹੈਗੀ ਹੈ ਕਿ ਇਹ ਕਾਨੂੰਨ ਜਿਹੜੇ ਨੇ ਬਿਲਕੁਲ ਵਾਪਸ ਹੋਣੇ ਚਾਹੀਦੇ ਨੇ। ਮੇਰੇ ਵਿਚਾਰ ਨਾਲ ਇਹਦਾ ਸਲਿਊਸ਼ਨ ਇੱਕ ਹੀ ਸੀ ਜਿਹੜਾ ਸੁਪਰੀਮ ਕੋਰਟ ਨੂੰ ਕਰਨਾ ਚਾਹੀਦਾ ਸੀ, ਸਟੇ ਕਰਕੇ ਅਤੇ ਇਹਨਾਂ ਨੂੰ ਗੌਰਮੈਂਟ ਨੂੰ ਕਹਿਣਾ ਚਾਹੀਦਾ ਸੀ ਵੀ ਇਹ ਕਾਨੂੰਨ ਵਾਪਸ ਲੈ ਲਓ। ਵਾਪਸ ਲੈ ਕੇ ਅਤੇ ਇਹਨਾਂ ਕਾਨੂੰਨਾਂ ਨੂੰ ਇੱਕ ਸਾਰੇ ਵਾਈਡਰ ਕੰਸਲਟੇਸ਼ਨ ਕਰਕੇ ਕਿਸਾਨਾਂ ਨਾਲ, ਸਾਰਿਆਂ ਨਾਲ, ਅਤੇ ਇੱਕ ਨਵਾਂ ਕਾਨੂੰਨ ਬਣਾਓ ਜਿਹੜਾ ਸਾਰਿਆਂ ਨੂੰ ਜਿਹਦੇ 'ਚ ਸਹਿਮਤੀ ਹੋਵੇ। ਉਹੀ ਸਲਿਊਸ਼ਨ ਸੀ ਇਹਦਾ। ਇਹ ਜਿਹੜਾ ਕੌਂਸਟੀਟਿਊਟ ਕੀਤੀ ਕਮੇਟੀ ਨੇ ਆਪਣਾ ਸੁਪਰੀਮ ਕੋਰਟ ਨੇ, ਇਹ ਮੇਰੇ ਵਿਚਾਰ ਨਾਲ ਇਹ ਹੱਲ ਨਹੀਂ ਹੈ, ਇਹ ਹੱਲ ਵੱਲ ਨਹੀਂ ਜਾਏਗੀ। ਬਿਲਕੁਲ ਜਿਹੜਾ ਸਹੀ ਹੈ, ਸਰਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਹੱਲ ਵੱਲ ਨਹੀਂ ਜਾਏਗੀ। ਅੱਛਾ, ਇਹਦੇ ਨਾਲ ਗੱਲ ਕਰੀਏ ਕਿ ਕੋਰਟ ਦੇ ਕੋਲ ਬਹੁਤ ਵੱਡੀ ਪਾਵਰ ਹੁੰਦੀ ਹੈ, ਸਾਡੇ ਸੁਪਰੀਮ ਕੋਰਟ ਕੋਲ ਖਾਸ ਕਰ ਬਹੁਤ ਵੱਡੀ ਪਾਵਰ ਆ ਕਿ ਉਹ ਸੂ ਮੋਟੋ ਲੈ ਸਕਦਾ ਸੀ, ਲੇਕਿਨ ਕਿਸਾਨ ਇੰਨੇ ਮਰ ਗਏ, ਇੰਨੇ ਦਿਨਾਂ ਤੋਂ ਬੈਠੇ ਨੇ, ਭੁੱਖਣ ਪਾਣੇ ਬੈਠੇ ਨੇ, ਕੋਰਟ ਵੱਲੋਂ ਸੂ ਮੋਟੋ ਨਹੀਂ ਲਿਆ ਗਿਆ। ਜਿਹੜਾ ਗਵਰਨਮੈਂਟ ਨੇ ਪਹੁੰਚ ਕੀਤੀ ਕੋਰਟ ਤੱਕ, ਫਿਰ ਕਿਸਾਨਾਂ ਨੇ ਪਹੁੰਚ ਕੀਤੀ। ਸੋ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਦੀ ਜਿਹੜੀ ਪ੍ਰਸ਼ਨ ਚਿੰਨ੍ਹ ਲੱਗਦੇ ਨੇ ਜਿਹੜੇ ਬੰਦੇ ਕਮੇਟੀ ਦੇ ਵਿੱਚ ਲਏ ਗਏ ਨੇ, ਸੋ ਜੇ ਕੋਰਟ ਦਾ ਕੰਮ ਸੀ ਕਿ ਕਿਸਾਨਾਂ ਨੂੰ ਕੋਈ ਫਾਇਦਾ ਦਿੱਤਾ ਜਾਂਦਾ, ਲੇਕਿਨ ਉਹ ਗੱਲ ਉੱਥੇ ਦੀ ਉੱਥੇ ਹੀ ਲਿਆ ਦਿੱਤੀ ਗਈ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਹਿੰਦੇ ਕਿ ਸਭ ਤੋਂ ਵੱਡਾ ਅੰਦੋਲਨ ਚੱਲਿਆ ਪਗੜੀ ਸੰਭਾਲ ਜੱਟਾਂ ਤੋਂ ਬਾਅਦ, ਜੇਕਰ ਹੁਣ ਕਿਸਾਨ ਵਾਪਸ ਆ ਜਾਂਦੇ ਨੇ ਤਾਂ ਫਿਰ ਐਡਾ ਅੰਦੋਲਨ ਖੜਾ ਕਰਨਾ ਮੁਸ਼ਕਿਲ ਹੋ ਜਾਊਗਾ। ਤੁਹਾਨੂੰ ਕੀ ਲੱਗਦਾ ਕਿ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ? ਮੇਰੇ ਵਿਚਾਰ ਨਾਲ ਕਿਸਾਨਾਂ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਬੜਾ ਵਾਜਬ ਹੈ ਅਤੇ ਸਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਾ। ਇਹ ਪਹਿਲੀ ਤਾਂ ਕਮੇਟੀ ਜਿਹੜੀ ਹੈ ਇਹ ਫੇਅਰ ਕਮੇਟੀ ਨੇ, ਇਹਨੂੰ ਫੇਅਰ ਨਹੀਂ ਕੀਤਾ ਜਾ ਸਕਦਾ। ਇਹਨਾਂ ਕੋਲੋਂ ਕੋਈ ਫੇਅਰਨੈਸ ਐਕਸਪੈਕਟਡ ਨਹੀਂ ਹੈ, ਇਹ ਫੇਅਰ ਡਿਸੀਜਨ ਲੈ ਨਹੀਂ ਸਕਦੇ। ਅਤੇ ਕਿਸਾਨ ਜੇ ਪਾਰਟੀਸਪੇਟ ਕਰਨਗੇ ਤਾਂ ਕੱਲ੍ਹ ਨੂੰ ਉਹ ਫਿਰ ਮੁਸੀਬਤ 'ਚ ਆ ਜਾਣਗੇ। ਕਿਸਾਨਾਂ ਦਾ ਜਿਹੜੀ ਡਿਮਾਂਡ ਹੈ ਉਹ ਇਹ ਕਮੇਟੀ ਕੰਸੀਡਰ ਹੀ ਨਹੀਂ ਕਰ ਸਕਦੀ, ਅਤੇ ਫਾਇਦਾ ਕੀ ਉਸ ਕਮੇਟੀ ਦੇ ਕੋਲ ਜਾਣ ਦਾ। ਜਾਂ ਤਾਂ ਸੁਪਰੀਮ ਕੋਰਟ ਆਪਣੇ ਕੋਲ ਰੱਖਦਾ ਔਰ ਇਹ ਕਹਿੰਦਾ ਕਿ ਹਾਂ ਅਸੀਂ ਦੇਖਾਂਗੇ, ਜੇ ਕਾਨੂੰਨ ਅਸੀਂ ਗੌਰਮੈਂਟ ਨੂੰ ਡਾਇਰੈਕਸ਼ਨ ਦਾਂਗੇ, ਕਾਨੂੰਨ ਰੱਦ ਕਰ ਦਿਆਂਗੇ ਅਤੇ ਨਵੇਂ ਕਾਨੂੰਨ ਬਣਾਉਣ ਵਾਸਤੇ ਕਹਾਂਗੇ, ਐਸੀ ਕੋਈ ਹੱਲ ਹੁੰਦੀ ਤਾਂ ਫਿਰ ਵੀ ਸਮਝਿਆ ਜਾ ਸਕਦਾ ਸੀ। ਸੁਪਰੀਮ ਕੋਰਟ ਨੂੰ ਇਹ ਆਪਣੇ ਕੋਲ ਰੱਖਣਾ ਚਾਹੀਦਾ ਸੀ ਸਾਰਾ ਸਿਲਸਿਲਾ। ਪਲੱਸ ਮੈਂ ਸਮਝਦਾ ਹਾਂ ਕਿ ਕਿਸਾਨਾਂ ਵਾਸਤੇ ਹੱਲ ਇੱਕ ਹੀ ਹੈ ਕਿ ਉਹ ਜੂਝ ਰਹੇ ਨੇ, ਉਹ ਇੰਨੇ ਠੰਡ ਦੇ ਮੌਸਮ 'ਚ ਜੂਝ ਰਹੇ ਨੇ, ਉਹ ਔਰਗਨਾਈਜ਼ ਤਰੀਕੇ ਨਾਲ ਉੱਥੇ ਬੈਠੇ ਹੋਏ ਨੇ। ਉਹਨਾਂ ਤੋਂ ਇਲਾਵਾ, ਇਸ ਤੋਂ ਇਲਾਵਾ ਉਹਨਾਂ ਕੋਲ ਕੋਈ ਚਾਰਾ ਨਹੀਂ ਰਹਿ ਗਿਆ। ਜਿਸ ਤਰ੍ਹਾਂ ਕਿ ਉਹਨਾਂ ਨੇ ਪਿੱਛੇ ਕਿਹਾ ਸੀ ਡੂ ਔਰ ਡਾਈ, ਉਹਨਾਂ ਵਾਸਤੇ ਡੂ ਔਰ ਡਾਈ ਦਾ ਇਹ ਸਮਾਂ ਹੈ। ਜੇ ਇਹ ਕਿਸੇ ਵਜ੍ਹਾ ਕਰਕੇ ਉਹਨਾਂ ਦੀ ਜਿਹੜਾ ਸੱਤਿਆਗ੍ਰਹਿ ਹੈ ਕਾਮਯਾਬ ਨਾ ਹੋ ਸਕਿਆ ਅਤੇ ਇਹ ਹਿੰਦੁਸਤਾਨ ਨਹੀਂ ਵਰਲਡ ਓਵਰ ਵਿੱਚ ਇਹ ਸਾਰਾ ਹੀ ਮਜ਼ਲੂਮਾਂ ਦੀ ਬਹੁਤ ਧੱਕਾ ਹੋਏਗਾ। ਔਰ ਫਿਰ ਅੱਗੇ ਤੋਂ ਮੇਰਾ ਖਿਆਲ ਹੈ ਕੋਈ ਐਜੀਟੇਸ਼ਨ ਕਰਕੇ ਕੋਈ ਐਜੀਟੇਸ਼ਨ ਵੱਲ ਜਾਊਗਾ ਨਹੀਂ, ਲੋਕੀ ਮਤਲਬ ਗੌਰਮੈਂਟ ਕੋਲੋਂ ਡਰਿਆ ਕਰਨਗੇ। ਸਰ, ਲੋਕਤੰਤਰ ਦੀ ਗੱਲ ਕੀਤੀ ਜਾ ਜਾਂਦੀ ਹੈ, ਜਿਹੜਾ ਪਿੱਲਰ ਮੰਨੇ ਜਾਂਦੇ ਨੇ ਜਿਹਦੇ ਵਿੱਚ ਜੁਡੀਸ਼ੀਅਰੀ ਸਭ ਤੋਂ ਵਧੀਆ ਪਿੱਲਰ ਮੰਨਿਆ ਜਾਂਦਾ ਸੀਗਾ, ਉਸ 'ਤੇ ਵੀ ਅੱਜ ਕੱਲ੍ਹ ਸਵਾਲੀਆ ਨਿਸ਼ਾਨ ਚਿੰਨ੍ਹ ਜਿਹੜੇ ਲੱਗਣੇ ਸ਼ੁਰੂ ਹੋ ਚੁੱਕੇ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੁਣ 26 ਜਨਵਰੀ ਦੀ ਜਿਵੇਂ ਗੱਲ, ਕਿਉਂਕਿ ਕਿਸਾਨਾਂ ਨੇ ਲੰਬਾ ਪ੍ਰੋਗਰਾਮ ਦਿੱਤਾ ਸੀਗਾ, ਤੁਹਾਨੂੰ ਨਹੀਂ ਲੱਗਦਾ ਕਿ ਗਵਰਨਮੈਂਟ ਵੱਲੋਂ ਇੱਕ ਸਿਰਫ ਉਸ ਚੀਜ਼ ਨੂੰ ਬਚਾਉਣ ਦੇ ਲਈ ਸੁਪਰੀਮ ਕੋਰਟ ਦਾ ਸਹਾਰਾ ਲਿਆ ਗਿਆ ਕਿ 26 ਜਨਵਰੀ ਨੂੰ ਜਿਹੜੀ ਉੱਦਾਂ ਦੀ ਪਰੇਡ ਆ ਜਾਂ ਸਾਡਾ ਲੋਕਤੰਤਰ ਦਿਵਸ ਜਿਹੜਾ ਮਨਾਇਆ ਜਾਂਦਾ ਉਸ ਨਾਲ ਮਨਾਇਆ ਜਾਂਦਾ? ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਕਿਸਾਨ ਸੁਪਰੀਮ ਕੋਰਟ 'ਚ ਨਹੀਂ ਗਏ। ਜਿਹੜੀਆਂ ਕੁਝ ਪਟੀਸ਼ਨਾਂ ਪਈਆਂ ਨੇ ਉਹ ਮੇਰੇ ਵਿਚਾਰ ਨਾਲ ਹੋ ਸਕਦੀਆਂ ਕਿ ਗਵਰਨਮੈਂਟ ਸਪੋਂਸਰ ਹੋਣ। ਲੱਗਦਾ ਇਹ ਹੈ ਕਿ ਗਵਰਨਮੈਂਟ ਆਪ ਜਾਣ ਦੀ ਬਜਾਏ ਉਹਨਾਂ ਨੇ ਕਿਸੇ ਦੇ ਥਰੂ ਇਹ ਰਸਤਾ ਅਪਣਾਇਆ ਹੈ ਅਤੇ ਕਿਸਾਨਾਂ ਨੂੰ ਸੁਪਰੀਮ ਕੋਰਟ ਦੇ ਕਹਿਣ 'ਤੇ ਪਾਰਟੀ ਬਣਾਇਆ ਗਿਆ, ਕਿਸਾਨ ਆਰਗੇਨਾਈਜੇਸ਼ਨ ਨੂੰ। ਔਰ ਕਿਸਾਨਾਂ ਨੇ ਇੱਕ ਦਿਨ ਪੇਸ਼ ਹੋਏ ਅਤੇ ਅਗਲੇ ਦਿਨ ਉਹ ਪੇਸ਼ ਨਹੀਂ ਹੋਏ।
ਉਹ ਜਸਟੀਫਾਈਡ ਸੀ। ਕਿਉਂ ਜਸਟੀਫਾਈਡ ਸੀ ਕਿ ਸੁਪਰੀਮ ਕੋਰਟ ਦੀ ਕੌਜ਼ ਲਿਸਟ ਵਿੱਚ ਜਿਹੜਾ ਆਰਡਰ ਦੱਸਿਆ ਸੀ ਕਿ ਉਹ ਸਿਰਫ ਕੇਸ ਆਰਡਰਸ ਵਾਸਤੇ ਸੀ, ਉਹ ਵਕੀਲਾਂ ਦੀ ਬਹਿਸ ਸੁਣਨ ਵਾਸਤੇ ਨਹੀਂ ਸੀ, ਇਸ ਕਰਕੇ ਉਹ ਨਹੀਂ ਉੱਥੇ ਪੇਸ਼ ਹੋਏ। ਔਰ ਮੈਂ ਸਮਝਦਾ ਹਾਂ ਕਿ ਉਹ ਇਜ਼ ਅ ਬਲੈਸਿੰਗ ਇਨ ਡਿਸਗਾਈਜ਼, ਬਿਕੋਜ਼ ਜੇਕਰ ਪੇਸ਼ ਹੋ ਕੇ ਉਹ ਕਮੇਟੀ ਬਣੀ ਹੁੰਦੀ ਤਾਂ ਸ਼ਾਇਦ ਇਹ ਸਮਝਿਆ ਜਾਂਦਾ ਕਿ ਕਿਸਾਨਾਂ ਦੀ ਇਹਦੇ 'ਚ ਸਹਿਮਤੀ ਹੈ। ਕਿਸਾਨਾਂ ਨੇ ਇੱਕ ਦਿਨ ਪਹਿਲਾਂ ਹੀ ਕਿਸਾਨ ਆਰਗੇਨਾਈਜੇਸ਼ਨ ਨੇ ਆਪਣਾ ਬਿਆਨ ਦੇ ਦਿੱਤਾ ਸੀ ਕਿ ਅਸੀਂ ਕਿਸੇ ਵੀ ਕਮੇਟੀ ਜਿਹੜੀ ਕੋਈ ਬਣਾਈ ਜਾਏਗੀ ਅਸੀਂ ਉਹਦੇ 'ਚ ਪੇਸ਼ ਨਹੀਂ ਹੋਵਾਂਗੇ। ਇਹ ਮੇਰੇ ਹਿਸਾਬ ਨਾਲ ਇਹ ਕੋਈ ਜੇ ਕਮੇਟੀ ਕੋਈ ਬਣਾਉਣੀ ਹੁੰਦੀ ਤਾਂ ਕੋਈ ਸੋਚ ਸਕਦੇ ਸੀ ਕਿ ਤੁਸੀਂ ਜੀ ਕਮੇਟੀ ਨੂੰ ਰੀਕਨਸੀਲੀਏਸ਼ਨ ਵਾਸਤੇ ਬਿਠਾ ਲਓ। ਉਹਨਾਂ ਨੇ ਵੀ ਜੇ ਇਹਨਾਂ ਦੇ ਕੁਝ ਵਿਚਕਾਰ ਦਾ ਰਸਤਾ ਨਿਕਲਦਾ ਹੋਵੇ ਉਹਦੇ ਵਾਸਤੇ ਤਾਂ ਹੋ ਸਕਦਾ ਸੀ, ਕਿਉਂਕਿ ਵਿਚਕਾਰ ਦਾ ਰਸਤਾ ਨਿਕਲਣ ਦਾ ਕੋਈ ਸਕੋਪ ਨਹੀਂ ਹੈ, ਕਿਉਂਕਿ ਕਿਸਾਨ ਬਿਲਕੁਲ ਇਸ ਗੱਲ 'ਤੇ ਬਜ਼ਿੱਦ ਨੇ ਔਰ ਰਾਈਟਲੀ ਸੋ ਕਿ ਇਹ ਕਾਨੂੰਨ ਜਿਹੜੇ ਤਿੰਨੇ ਵਾਪਸ ਹੋਣੇ ਚਾਹੀਦੇ ਨੇ। ਤਾਂ ਇਸ ਕਰਕੇ ਮੇਰੇ ਵਿਚਾਰ ਨਾਲ ਕਮੇਟੀ ਬਣਾਉਣ ਦਾ ਕੋਈ ਮਕਸਦ ਨਹੀਂ ਸੀ। ਸਰ ਜਿਹੜੀ ਜਿਵੇਂ ਤੁਸੀਂ ਕਹਿੰਦੇ ਕਮੇਟੀ ਬਣਾਉਣ ਦਾ ਕੋਈ ਮਕਸਦ ਨਹੀਂ ਸੀ, ਡਿਕਟੇਟਰਸ਼ਿਪ ਇੱਕ ਆਉਂਦੀ ਹੈ, ਇੱਕ ਲੋਕਤੰਤਰ ਆਉਂਦਾ। ਡਿਕਟੇਟਰਸ਼ਿਪ ਜਿਵੇਂ ਕਿ ਸਾਡੀ ਸਰਕਾਰ ਕਰ ਰਹੀ ਹੈ ਕਿਸਾਨਾਂ ਦੇ ਨਾਲ, ਡਿਕਟੇਟਰਸ਼ਿਪ ਦੀ ਤਰ੍ਹਾਂ ਪੇਸ਼ ਲੋਕਾਂ ਦੇ ਸਾਹਮਣੇ ਹੋ ਰਹੀ ਹੈਗੀ ਆ। ਡਿਕਟੇਟਰਾਂ ਵਾਂਗੂ ਅਸੀਂ ਕਰਤਾ ਜੀ, ਇਹ ਨਹੀਂ ਹੋਣਾ ਚਾਹੇ 370 ਹੋਵੇ, ਰਾਮ ਮੰਦਰ ਦਾ ਮੁੱਦਾ ਹੋਵੇ, ਨੋਟ ਜਿਹੜੀ ਬੰਦੀ ਦਾ ਮੁੱਦਾ ਹੋਵੇ, ਅਤੇ GST ਦਾ ਸਾਰੇ ਜਿਹੜੇ। ਅਤੇ ਹੁਣ ਜਿਹੜਾ ਇੱਕ ਜੱਜ ਵੱਲੋਂ ਕਿਹਾ ਜਾਣਾ ਕਿ ਤੁਸੀਂ ਬੱਚੇ ਅਤੇ ਔਰਤਾਂ ਧਰਨੇ ਦੇ ਵਿੱਚ ਨਾ ਬੈਠਣ, ਇਸ ਨੂੰ ਇੱਕ ਜੱਜ ਦੇ ਮਤਲਬ ਪੁਆਇੰਟ ਆਫ ਵਿਊ ਨਾਲ ਤੁਸੀਂ ਕਿਵੇਂ ਦੇਖਦੇ ਹੋ? ਨਹੀਂ, ਮੇਰੇ ਹਿਸਾਬ ਨਾਲ ਇਹਦਾ ਕੋਈ ਮਕਸਦ ਨਹੀਂ ਸੀ। ਦੇਖੋ ਉੱਥੇ ਜਿਹੜੇ ਬੱਚੇ, ਬਜ਼ੁਰਗ ਜਾਂ ਔਰਤਾਂ ਜਿਹੜੇ ਬੈਠੇ ਨੇ ਉਹਨਾਂ ਨੂੰ ਕੋਈ ਫੋਰਸੇਬਲੀ ਨਹੀਂ ਬਿਠਾਇਆ ਹੋਇਆ ਕਿਸੇ ਨੇ। ਉੱਥੇ ਲੋਕ ਵੋਲੰਟੈਰੀਲੀ ਬੈਠੇ ਨੇ। ਉਹ ਹਰ ਕੋਈ ਆਪਣਾ ਕੰਟਰੀਬਿਊਟ ਕਰਨਾ ਚਾਹੁੰਦਾ ਇਸ ਐਜੀਟੇਸ਼ਨ 'ਤੇ, ਬਿਕੋਜ਼ ਇਸ ਜਿਹੜੇ ਲਾਜ਼ ਨੇ ਇਹਨਾਂ ਦਾ ਅਸਰ ਬੜਾ ਵਾਈਡਰ ਸਕੋਪ ਹੈ। ਇਹਨਾਂ ਦਾ ਹਰ ਕਿਸਾਨ 'ਤੇ ਅਸਰ ਹੋਣਾ, ਹਰ ਮਜ਼ਦੂਰ 'ਤੇ ਅਸਰ ਹੋਣਾ, ਹਰ ਮਿਡਲ ਕਲਾਸ ਫੈਮਿਲੀ 'ਤੇ ਅਸਰ ਹੋਣਾ, ਅਰਬਨ ਹੋਏ ਜਾਂ ਰੂਰਲਾਈਟ ਹੋਏ। ਤਾਂ ਇਸ ਕਰਕੇ ਲੋਕ ਆਪ ਮੁਹਾਰੇ ਉੱਥੇ ਪਹੁੰਚੇ ਨੇ। ਉੱਥੇ ਤਾਂ ਮਤਲਬ ਇਸ ਵੇਲੇ ਐਟਮੋਸਫੀਅਰ ਮੇਰੇ ਹਿਸਾਬ ਨਾਲ ਇਹ ਹੈ ਕਿ ਜਿਸ ਤਰ੍ਹਾਂ ਕਿਸੇ ਤੀਰਥ ਸਥਾਨ 'ਤੇ ਜਾਇਆ ਜਾਂਦਾ ਨਾ, ਉਸ ਤਰ੍ਹਾਂ ਲੋਕ ਉੱਥੇ ਜਾ ਰਹੇ ਨੇ। ਅਤੇ ਲੋਕ ਆ ਕੇ ਦੱਸ ਰਹੇ ਨੇ ਕਿ ਉੱਥੇ ਫੀਲਿੰਗ ਇਹੋ ਜਿਹੀ ਆਉਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਤੀਰਥ ਸਥਾਨ ਤੋਂ ਮੁੜ ਕੇ ਆਏ ਹਾਂ। ਇਹ ਲੋਕਾਂ ਦੇ ਆਪ ਮੁਹਾਰੇ ਮੂਵਮੈਂਟ ਹੈ, ਇਹਦੇ 'ਚ ਕੋਈ ਫੋਰਸੇਬਲੀ ਨਹੀਂ ਉੱਥੇ ਗਿਆ ਹੋਇਆ। ਔਰ ਮੈਨੂੰ ਤੁਸੀਂ ਦੱਸੋ, ਜੇ ਕੋਈ ਬਜ਼ੁਰਗ ਜਾਂ ਔਰਤ ਜੋ ਵੀ ਉੱਥੇ ਬੈਠੇ ਨੇ, ਸਾਡੀਆਂ ਮਾਤਾਵਾਂ ਭੈਣਾਂ ਬੈਠੀਆਂ ਨੇ, ਉਹਨਾਂ ਨੂੰ ਕੋਈ ਚੰਗਾ ਲੱਗਦਾ ਵੀ ਆਪਣੇ ਘਰੋਂ ਉੱਠ ਕੇ ਜਾ ਕੇ ਉੱਥੇ ਠੰਡ ਦੇ ਵਿੱਚ ਬੈਠਣ? ਆਪਣੇ ਕੰਫਰਟ ਛੱਡ ਕੇ ਉੱਥੇ ਬੈਠੇ ਨੇ। ਅਤੇ ਸੁਪਰੀਮ ਕੋਰਟ ਦੀ ਇੱਕ ਸੁਜੈਸ਼ਨ ਹੀ ਹੋ ਸਕਦੀ ਹੈ, ਅਤੇ ਉਹਨਾਂ ਦਾ ਵੋਲੰਟਰੀ ਨੇਚਰ ਹੈ, ਉਹਨਾਂ ਦੀ ਮਰਜ਼ੀ ਹੈ ਉੱਥੇ ਰਹਿਣਗੇ, ਮਰਜ਼ੀ ਹੈ ਉੱਥੇ ਆ ਜਾਣਗੇ, ਕੋਈ ਉਹਨਾਂ ਨੂੰ ਫੋਰਸ ਨਹੀਂ ਕਰ ਰਿਹਾ। ਇਹਦਾ ਕੋਈ ਮੈਨੂੰ ਨਹੀਂ ਤੁੱਕ ਨਹੀਂ ਨਜ਼ਰ ਆਉਂਦੀ ਇਸ ਰਿਕਮੈਂਡੇਸ਼ਨ ਜਾਂ ਇਸ ਸੁਜੈਸ਼ਨ ਦੇ ਵਿੱਚ ਸੁਪਰੀਮ ਕੋਰਟ। ਅੱਛਾ, ਹੁਣ ਆਪਾਂ ਸਭ ਇੱਕ ਕਨਕਲੂਜ਼ ਕਰੀਏ ਗੱਲਬਾਤ ਨੂੰ, ਅਤੇ ਇੱਕ ਤਾਂ ਇਹ ਹੈ ਕਿ ਜਿਹੜੀ ਕਮੇਟੀ ਬਣਾਈ ਹੈਗੀ ਆ ਉਹ ਕਿਸਾਨਾਂ ਦੇ ਅਕੋਰਡਿੰਗ ਅਤੇ ਲੋਕਾਂ ਦੇ ਅਕੋਰਡਿੰਗ ਸਹੀ ਨਹੀਂ ਹੈਗੀ। ਦੂਸਰੀ ਗੱਲ, ਜੋ ਸਰਕਾਰ ਚਾਹੁੰਦੀ ਆ ਕਮੇਟੀ ਜਾਂ ਕੋਰਟ ਉੱਧਰ ਨੂੰ ਹੀ ਚੱਲ ਰਹੇ ਹੈਗੇ ਨੇ। ਤੀਸਰੀ ਗੱਲ ਕਿ ਲੋਕ ਜਿੱਥੇ ਮਰਜ਼ੀ ਬੈਠਣਾ ਚਾਹੀਦਾ। ਚੌਥੀ ਗੱਲ, ਜਿਹੜਾ ਇਹ ਐਡਾ ਵੱਡਾ ਸੰਘਰਸ਼ ਚੱਲਿਆ ਨੂੰ ਇਸੇ ਤਰ੍ਹਾਂ ਜਾਰੀ ਰਹਿਣਾ ਚਾਹੀਦਾ। ਤੁਹਾਡਾ ਚਾਰਿਆਂ ਦੇ ਵਿੱਚ ਕਨਕਲੂਜ਼ਨ? ਮੇਰਾ ਕਨਕਲੂਜ਼ਨ ਇਹ ਹੈ ਜੀ ਕਿ ਜਿਹੜੀ ਕਮੇਟੀ ਬਣਾਈ ਗਈ ਹੈ ਉਹ ਫੇਅਰ ਨਹੀਂ ਹੈ। ਉਹ ਜਿਹੜੇ ਬੰਦੇ ਨੇ ਉਹ ਫੇਅਰਲੀ ਡਿਸਾਈਡ ਨਹੀਂ ਕਰ ਪਾਉਣਗੇ। ਇਹ ਇੱਕ ਮਤਲਬ ਕਿ ਇਹ ਕਿਸੇ ਨਤੀਜੇ 'ਤੇ ਨਹੀਂ ਨਿਕਲੂਗੀ। ਲੋਕ ਜਿਹੜੇ ਉੱਥੇ ਬੈਠੇ ਨੇ ਆਪ ਮੁਹਾਰੇ ਬੈਠੇ ਨੇ, ਔਰ ਉਹਨਾਂ ਦੀ ਗ੍ਰੀਵੈਂਸ ਹੈ, ਉਹ ਗ੍ਰੀਵੈਂਸ ਦੂਰ ਹੋਣੀ ਚਾਹੀਦੀ ਹੈ। ਇਹ ਜਿਹੜਾ ਤੁਸੀਂ ਕਹਿੰਦੇ ਹੋ ਕਿ ਹੋਰ ਕੀ ਕਿਸੇ ਕਿ ਤੁਹਾਡਾ ਡਿਕਟੇਟਰਸ਼ਿਪ ਵਾਲੀ ਗੱਲ ਸੀਗੀ ਜੀ, ਤਾਂ ਇਹ ਗੱਲ ਸੀਗੀ ਕਿ ਲੋਕ ਉੱਥੇ ਬੈਠੇ ਰਹਿਣ ਕਿ ਜਿਹੜਾ ਵਾਪਸ ਨਹੀਂ ਆਉਣਾ ਚਾਹੀਦਾ ਉਹਨਾਂ ਨੂੰ। ਅਤੇ ਉਹ ਤਾਂ ਉਹਨਾਂ ਨੇ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਉੱਥੇ ਬੈਠਾਂਗੇ ਜਿੰਨੇ ਚਿਰ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ। ਤਾਂ ਇਹ ਜਿਹੜੀ ਐਕਸਰਸਾਈਜ਼ ਹੋਈ ਮੇਰੇ ਹਿਸਾਬ ਨਾਲ ਇਹਦੇ 'ਚ ਕੋਈ ਆਊਟਕਮ ਨਹੀਂ ਨਿਕਲੇਗਾ। ਫਿਊਟਾਈਲ ਐਕਸਰਸਾਈਜ਼ ਹੈ ਸੁਪਰੀਮ ਕੋਰਟ ਦੀ। ਥੈਂਕ ਯੂ ਸਰ। ਸੋ ਇਸੀ ਸਰਦਾਰ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਇਹ ਕਾਨੂੰਨ ਕੀ ਨੇ, ਇਹਨਾਂ ਦਾ ਕਾਨੂੰਨੀ ਪੱਖ ਕੀ ਹੈ, ਰਿਵੀਲ ਕਿਵੇਂ ਹੋ ਸਕਦੇ ਨੇ, ਜੇ ਕਮੇਟੀ ਬਣਦੀ ਆ ਤਾਂ ਕਿਹੋ ਜਿਹੇ ਮੈਂਬਰ ਹੋਣੇ ਚਾਹੀਦੇ ਸੀ, ਸੁਪਰੀਮ ਕੋਰਟ ਦਾ ਅਸਲੀ ਮਾਇਨਾ ਕੀ ਹੁੰਦਾ ਵਾ, ਲੋਕ ਆਪ ਮੁਹਾਰੇ ਕਿਉਂ ਚੱਲ ਕੇ ਬਹਿੰਦੇ ਨੇ, ਡਿਕਟੇਟਰਸ਼ਿਪ ਅਤੇ ਲੋਕਤੰਤਰ ਦੇ ਵਿੱਚ ਕੀ ਫ਼ਰਕ ਹੁੰਦਾ, ਸਰਕਾਰਾਂ ਕਿਸ ਤਰ੍ਹਾਂ ਇੱਦਾਂ ਦੀਆਂ ਕਮੇਟੀਆਂ ਬਣਾ ਕੇ ਆਪਣੇ ਹੱਕ ਦੇ ਵਿੱਚ ਫੈਸਲੇ ਕਰਵਾਉਂਦੀਆਂ ਨੇ, ਸੂ ਮੋਟੋ ਲੈ ਕੇ ਕੋਰਟ ਵੱਲੋਂ ਕੀ ਕੀਤਾ ਜਾਣਾ ਚਾਹੀਦਾ ਸੀ। ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਨੇ, ਜਿਸ ਦੇ ਨਾਲ ਇੱਕ ਇੱਕ ਗੱਲ ਸਮਝ ਆਉਂਦੀ ਆ ਕਿ ਕਿਸਾਨ ਅੰਦੋਲਨ ਆਪਣੇ ਪੀਕ 'ਤੇ ਆ ਅਤੇ ਜਿੱਤ ਕਿਸਾਨਾਂ ਦੀ ਹੋਣ ਵਾਲੀ ਆ। ਜੋ ਮਰਜ਼ੀ ਹੱਥ ਕੰਡੇ ਬਣਾ ਲਏ ਜਾਣ,
ਕਿਸਾਨਾਂ ਦਾ ਹੌਸਲਾ ਜਜ਼ਬਾ ਇੰਨੀ ਠੰਡ ਦੇ ਵਿੱਚ ਵੀ ਉਹੀ ਆ। ਉੱਥੇ ਜਾ ਕੇ ਤੁਹਾਨੂੰ ਕਿਸਾਨ ਅੰਦੋਲਨ ਨਹੀਂ, ਇੱਕ ਤੀਰਥ ਸਥਾਨ ਦਾ ਜਿਹੜਾ ਦੇਖਣ ਨੂੰ ਦ੍ਰਿਸ਼ ਮਿਲੂਗਾ ਕਿ ਜੇ ਅਸੀਂ ਇੱਥੇ ਆ ਗਏ ਕਿ ਅਸੀਂ ਆਪਣੇ ਜੀਵਨ ਦਾ ਤੀਰਥ ਕਰ ਲਿਆ। ਹਰਪ੍ਰੀਤ ਸਿੰਘ ਜਸਵਾਲ, ਪੰਜਾਬ ਕੇਸਰੀ, ਜਗਬਾਣੀ TV, ਚੰਡੀਗੜ੍ਹ।